Hello dear students, welcome back to my YouTube channel. So let's discuss next topic of unit 10. So बच्चे ਅਸੀਂ 10th unit कर रहे हैं. So this is our second lecture. So बच्चे second lecture ਦੀ ਸਾਡੀ ਜੋ first definition ਹੈ that is the Fourier series. It is the combination of a two periodic functions. ਕੋਈ ਵੀ ਦੋ periodic functions ਹੋ ਸਕਦੇ ਆ. Number one is a sine or cosine functions of a different time period with suitable coefficient. Coefficients ਕੀ ਹੁੰਦੇ ਆ ਜਿਹੜੇ ਬੱਚੇ ਲਾਈਕ ਸਾਈਨ ਥੀਟਾ ਹੋ ਗਿਆ, ਕੌਸ ਥੀਟਾ ਹੋ ਗਿਆ, ਦਿਸ ਇਜ਼ ਅ ਸਾਈਨ ਐਂਡ ਦਿਸ ਇਜ਼ ਅ ਕੌਸ. ਕੌਸ ਦੇ ਨਾਲ ਜੋ ਏ ਐਂਡ ਬੀ ਵੇਰੀਏਬਲਸ ਪਏ ਆ ਉਹਨਾਂ ਨੂੰ ਅਸੀਂ ਕਹਿਤਾ ਕੋਫੀਸ਼ੀਐਂਟਸ. ਸੋ ਜਦੋਂ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਹੋਵੇ, ਸਮ ਹੋਵੇ, ਕੰਬੀਨੇਸ਼ਨ ਮਤਲਬ ਇਹਨਾਂ ਦੀ ਐਡੀਸ਼ਨ ਹੈ ਵਿਦ ਟੂ ਪੀਰੀਓਡਿਕ ਫੰਕਸ਼ਨ. ਪੀਰੀਓਡਿਕ ਫੰਕਸ਼ਨਸ ਕੌਣ ਹੈ? ਸਾਈਨ ਥੀਟਾ ਐਂਡ ਅ ਕੌਸ ਥੀਟਾ. ਥੀਟਾ ਦੀ ਜਗ੍ਹਾ 'ਤੇ ਅਸੀਂ ਕੀ ਲੈ ਰਹੇ ਹਾਂ? ਓਮੇਗਾ ਟੀ. ਸੋ ਇਹਨਾਂ ਦੇ ਕੰਬੀਨੇਸ਼ਨ ਨੂੰ ਜੋ ਇਹਨਾਂ ਤੇ ਕੰਬੀਨੇਸ਼ਨ ਬਣ ਕੇ ਐਫ ਟੀ ਟਰਮ ਨਿਊ ਟਰਮ ਬਣਦੀ ਆ, ਅਸੀਂ ਉਹਨਾਂ ਨੂੰ ਬੋਲਦੇ ਹਾਂ ਫੋਰੀਅਰ ਸੀਰੀਜ਼ ਐਂਡ ਇਜ਼ ਅ ਪੀਰੀਓਡਿਕ ਫੰਕਸ਼ਨ. ਔਰ ਇਹਨਾਂ ਨੂੰ ਅਸੀਂ ਪੀਰੀਓਡਿਕ ਫੰਕਸ਼ਨ ਬੋਲ ਦਿੰਦੇ ਹਾਂ. ਪੀਰੀਓਡਿਕ ਮੋਸ਼ਨ ਰਾਜੇ ਅਸੀਂ ਲਾਸਟ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ. ਸੋ ਇੱਥੇ ਅਸੀਂ ਇਕੁਏਸ਼ਨ ਦੇ ਬਾਰੇ ਪੜ੍ਹਿਆ. ਨੈਕਸਟ ਆ ਜਾਓ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਟੋਪਿਕ, ਸਿੰਪਲ ਪੈਂਡੂਲਮ. ਹੁਣ ਸਿੰਪਲ ਪੈਂਡੂਲਮ ਕੀ ਆ? ਐਨ ਆਈਡੀਅਲ ਸਿੰਪਲ ਪੈਂਡੂਲਮ ਕੰਸਿਸਟ ਆਫ ਅ ਹੈਵੀ ਪੁਆਇੰਟ ਮਾਸ. ਹੁਣ ਕੀ ਆ, ਅਸੀਂ ਕੀ ਲਿੱਤਾ? ਇੱਕ ਸਿੰਪਲ ਪੈਂਡੂਲਮ ਲੈਣ ਲੱਗਿਆ. ਸਿੰਪਲ ਪੈਂਡੂਲਮ 'ਚ ਕੀ ਹੈ? ਇੱਕ ਹੈਵੀ ਮਾਸ ਜਿਹੜਾ ਆ ਅਸੀਂ ਅਟੈਚ ਕਰ ਦਿੱਤਾ ਫਰੋਮ ਅ ਰਿਜਿਡ ਸਪੋਰਟ ਬਾਈ ਅ ਮਾਸਲੈਸ ਇਨਐਕਸਟੈਂਸੀਬਲ ਐਂਡ ਅ ਪਰਫੈਕਟਲੀ ਇਲਾਸਟਿਕ ਸਪਰਿੰਗ. ਸੋ ਬੱਚੇ ਆ ਜੋ ਆ ਸਪਰਿੰਗ ਆ, ਕਿਹੜਾ ਸਪਰਿੰਗ ਆ? ਮਾਸਲੈਸ ਇਨਐਕਸਟੈਂਸੀਬਲ. ਮਾਸਲੈਸ ਮਤਲਬ ਇਹਦਾ ਨਾ ਮਾਤਰ ਹੀ ਮਾਸ ਹੋਏਗਾ. ਇਨਐਕਸਟੈਂਸੀਬਲ ਦਾ ਮਤਲਬ ਕੀ ਆ ਕਿ ਇਹ ਜ਼ਿਆਦਾ ਸਟ੍ਰੈਚ ਨਹੀਂ ਹੋ ਸਕਦਾ, ਅਤੇ ਪਰਫੈਕਟ ਇਲਾਸਟਿਕ ਸਪਰਿੰਗ ਹੋਏਗਾ. ਸੋ ਅਸੀਂ ਇਹਨੂੰ ਇੱਕ ਪਰਫੈਕਟ ਰਿਜਿਡ ਸਪੋਰਟ ਦੇ ਨਾਲ ਕੀ ਕਰ ਦਿੱਤਾ? ਬੰਨ੍ਹ ਦਿੱਤਾ. ਫੋਰ ਐਗਜ਼ਾਮਪਲ ਲਾਈਕ ਆਪਾਂ ਛੱਤ ਦੇ ਨਾਲ ਬੰਨ੍ਹ ਦਿੱਤਾ, ਜਾਂ ਇੱਕ ਪ੍ਰੋਪਰ ਸਟੈਂਡ ਲੈ ਲਿਆ, ਸਟੈਂਡ ਦੇ ਨਾਲ ਅਸੀਂ ਇਸ ਬੋਬ ਨੂੰ ਬੰਨ੍ਹ ਦਿੱਤਾ. ਵੈਨ ਦ ਬੋਬ ਇਜ਼ ਡਿਸਪਲੇਸਡ ਫਰੋਮ ਅ ਮੀਨ ਪੋਜੀਸ਼ਨ ਏ. ਹੁਣ ਬੱਚੇ ਸਟਾਰਟਿੰਗ ਜੋ ਮੀਨ ਪੋਜੀਸ਼ਨ ਕੀ ਆ? ਏ ਤੋਂ ਅਸੀਂ ਕੀ ਕੀਤਾ? ਡਿਸਪਲੇਸ ਕਰ ਦਿੱਤਾ ਬੀ ਪੁਆਇੰਟ ਤੱਕ. ਠੀਕ ਹੈ, ਇਸ ਬੋਬ ਨੂੰ ਪਕੜਿਆ ਔਰ ਬੀ ਪੁਆਇੰਟ ਤੱਕ ਜਿਹੜਾ ਇਹਨੂੰ ਖਿੱਚ ਕੇ ਲੈ ਗਏ ਥਰੂ ਅ ਸਮੋਲ ਐਂਗਲ ਥੀਟਾ. ਕਿਹੜੇ ਐਂਗਲ ਦੇ ਨਾਲ? ਥੀਟਾ ਐਂਗਲ ਦੇ ਨਾਲ. ਸੋ ਇਟਸ ਯੋਰ ਵਿਸ਼ ਕਿ ਜਦੋਂ ਤੁਸੀਂ ਬੋਬ ਨੂੰ ਖਿੱਚ ਕੇ ਪਰਟੀਕੂਲਰ ਡਿਸਟੈਂਸ 'ਤੇ ਲੈ ਕੇ ਜਾ ਰਹੇ ਆ, ਤੁਸੀਂ ਕਿੰਨਾ ਐਂਗਲ ਲੈ ਰਹੇ ਆ? ਐਂਗਲ ਸਮੋਲ ਵੀ ਹੋ ਸਕਦਾ ਅਤੇ ਐਂਗਲ ਲਾਰਜ ਵੀ ਹੋ ਸਕਦਾ. ਐਂਡ ਇਜ਼ ਰਿਲੀਜ਼ਡ ਐਟ ਬੀ 'ਤੇ ਲਿਜਾ ਕੇ ਅਸੀਂ ਉਹਨੂੰ ਕੀ ਕਰ ਦਿੱਤਾ? ਬੋਬ ਨੂੰ ਛੱਡ ਦਿੱਤਾ. ਦ ਪੈਂਡੂਲਮ ਸਟਾਰਟ ਵਾਈਬਰੇਟਿੰਗ ਅਬਾਊਟ ਏ ਦੇ ਅਬਾਊਟ ਜਿਹੜਾ ਵਾਈਬਰੇਟ ਕਰਨਾ ਸਟਾਰਟ ਕਰ ਦੇਗਾ. ਵਾਈਬਰੇਟ ਮੀਨਸ ਏ ਪੁਆਇੰਟ 'ਤੇ ਸੀ, ਬੀ 'ਤੇ ਲੈ ਕੇ ਗਏ, ਬੀ ਤੋਂ ਅਗੇਨ ਏ 'ਤੇ ਆਇਆ, ਫਿਰ ਸੀ 'ਤੇ ਚਲਾ ਗਿਆ, ਸੀ ਤੋਂ ਅਗੇਨ ਏ 'ਤੇ ਆਇਆ, ਫਿਰ ਬੀ 'ਤੇ. ਸੋ ਕੰਟੀਨਿਊਸਲੀ ਇਸ ਤਰੀਕੇ ਨਾਲ ਜਿਹੜਾ ਉਹ ਪਾਥ ਆ ਉਹ ਕਵਰ ਕਰਦਾ ਜਾਏਗਾ. ਤਾਂ ਕੰਪੋਨੈਂਟ ਐਮ ਜੀ. ਹੁਣ ਧਿਆਨ ਨਾਲ ਦੇਖੋ ਬੱਚੇ, ਐਮ ਜੀ ਕੋਸ ਥੀਟਾ ਬੈਲੈਂਸ ਦ ਟੈਂਸ਼ਨ ਟੀ. ਸੋ ਅਪਵਰਡ ਕੋਈ ਨਾ ਕੋਈ ਫੋਰਸ ਲੱਗ ਰਿਹਾ ਜਿਹਨੂੰ ਅਸੀਂ ਕੀ ਬੋਲਦੇ ਹਾਂ? ਟੈਂਸ਼ਨ ਟੀ. ਸੋ ਆ ਕਿਉਂਕਿ ਬੇਸ ਕੰਪੋਨੈਂਟ ਆ, ਸੋ ਅਸੀਂ ਬਿਲਕੁਲ ਲਾਈਨ ਸਿੱਧੀ ਲਗਾਈ. ਸਿੱਧੀ ਲਗਾ ਕੇ ਜਿਹੜਾ ਬੱਚੇ ਆਹ ਵਾਲਾ ਕੰਪੋਨੈਂਟ ਬਣੇਗਾ, ਕਿਉਂਕਿ ਬੇਸ 'ਤੇ ਆਲਵੇਜ਼ ਕੀ ਬਣਦਾ ਆ? ਕੋਸ ਥੀਟਾ. ਸੋ ਦਿਸ ਇਜ਼ ਐਮ ਜੀ ਕੋਸ ਥੀਟਾ. ਇਹ ਬੱਚੇ ਆਲਰੇਡੀ ਅਸੀਂ ਵੈਕਟਰ ਵਾਲੇ ਚੈਪਟਰ ਦੇ ਵਿੱਚ ਯੂਨਿਟ ਸੈਕਿੰਡ ਦੇ ਵਿੱਚ ਫਸਟ ਟਰਮ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਹਰ ਇੱਕ ਕੰਪੋਨੈਂਟ ਦੇ, ਹਰ ਇੱਕ ਵੈਕਟਰ ਦੇ ਦੋ ਕੰਪੋਨੈਂਟਸ ਹੁੰਦੇ ਆ. ਨੰਬਰ 1 ਇਜ਼ ਅ ਕੋਸ ਥੀਟਾ, ਨੰਬਰ 2 ਇਜ਼ ਅ ਸਾਈਨ ਥੀਟਾ. ਬੇਸ ਦੇ ਉੱਪਰ ਆਲਵੇਜ਼ ਕੋਸ ਬਣੇਗਾ, ਇਹ ਤੋਂ ਬਿਲਕੁਲ ਪਰਪੈਂਡੀਕੂਲਰ. ਹੁਣ ਆ ਸੀ ਬੱਚੇ ਬੇਸ, ਇਹਦਾ ਪਰਪੈਂਡੀਕੂਲਰ ਆ ਰਿਹਾ. ਸੋ ਇਹ ਕੀ ਹੋਏਗਾ? ਆ ਕੀ ਸੀ? ਐਮ ਜੀ. ਜੋ ਇਹਦਾ ਬੇਸ ਆ ਦੈਟ ਇਜ਼ ਐਮ ਜੀ ਕੋਸ ਥੀਟਾ, ਔਰ ਇਹਦਾ ਪਰਪੈਂਡੀਕੂਲਰ ਕੀ ਹੋਏਗਾ? ਐਮ ਜੀ ਸਾਈਨ ਥੀਟਾ. ਇਹਦਾ ਮਤਲਬ ਅਗਰ ਆਹ ਵਾਲੇ ਹੁਣ ਡਾਇਗਰਾਮ 'ਤੇ, ਮੇਨ ਡਾਇਗਰਾਮ 'ਤੇ ਆ ਜਾਓ, ਅਗਰ ਆਹ ਬੱਚੇ ਐਮ ਜੀ ਸਾਈਨ ਕੋਸ ਥੀਟਾ ਬਣਾ ਰਿਹਾ ਤਾਂ ਇਹਦਾ ਪਰਪੈਂਡੀਕੂਲਰ ਕੀ ਹੋਏਗਾ? ਬਿਲਕੁਲ ਇਸ ਤਰਫ. ਬਿਲਕੁਲ ਇਸ ਤਰਫ ਕੀ ਹੋਏਗਾ? ਐਮ ਜੀ ਸਾਈਨ ਥੀਟਾ. ਅਤੇ ਇਹਦਾ ਬਿਲਕੁਲ ਸੈਂਟਰ ਕੰਪੋਨੈਂਟ ਮੇਨ ਵੈਕਟਰ ਹੈ ਦੈਟ ਇਜ਼ ਐਮ ਜੀ, ਕਿਉਂਕਿ ਅਸੀਂ ਐਮ ਜੀ ਦੀ ਹੀ ਲਿਖ ਰਹੇ ਹਾਂ, ਦੋਨੋਂ ਕੰਪੋਨੈਂਟਸ ਐਮ ਜੀ ਦੇ ਹੀ ਲਿਖ ਰਹੀ ਹਾਂ. ਸੋ ਸੈਂਟਰ ਵਾਲਾ ਕੀ ਆ ਗਿਆ? ਐਮ ਜੀ. ਔਰ ਸਾਈਡ ਵਾਲੇ ਦੋ ਕੌਣ ਆ ਗਏ? ਐਮ ਜੀ ਕੋਸ ਥੀਟਾ ਐਂਡ ਐਮ ਜੀ ਸਾਈਨ ਥੀਟਾ. ਡਾਇਗਰਾਮ ਅੱਛੀ ਤਰੀਕੇ ਨਾਲ ਰਾਜੇ ਕਲੀਅਰ ਹੋ ਗਈ ਤੁਹਾਨੂੰ? ਦ ਕੰਪੋਨੈਂਟ ਐਮ ਜੀ ਕੋਸ ਥੀਟਾ ਬੈਲੈਂਸ ਦ ਟੈਂਸ਼ਨ ਟੀ. ਜਿਹੜਾ ਐਮ ਜੀ ਕੋਸ ਥੀਟਾ ਆ ਉਹ ਟੀ ਨੂੰ ਬੈਲੈਂਸ ਕਰ ਰਿਹਾ. ਦ ਟੈਂਜੈਂਟ ਕੰਪੋਨੈਂਟ ਐਮ ਜੀ ਸਾਈਨ ਥੀਟਾ ਪ੍ਰੋਵਾਈਡਸ ਦ ਰੀਸਟੋਰਿੰਗ ਫੋਰਸ ਐਫ. ਸੋ ਜਿਹੜਾ ਆਹ ਵਾਲਾ ਕੰਪੋਨੈਂਟ ਆ ਇਹ ਸਾਨੂੰ ਕੀ ਕਰ ਰਿਹਾ? ਫੋਰਸ ਦੇ ਇਕੁਅਲ, ਮਤਲਬ ਫੋਰਸ ਦੇ ਪ੍ਰੋਵਾਈਡ ਕਰ ਰਿਹਾ. ਕਿਹੜੀ ਫੋਰਸ? ਐਮ ਜੀ ਸਾਈਨ ਥੀਟਾ, ਜਾਂ ਫਿਰ ਰੀਸਟੋਰਿੰਗ ਫੋਰਸ.
चलो बच्चे हुण स्टार्ट करते अपना मैथमैटिकल पोर्शन। हुण देखो इधर जो फोर्स लग रही है, आ फोर्स लग रही है दैट इज़ एफ। सो एफ के इक्वल आ रहा है एम जी साइन थीटा दे। सो असीं लिख रहे हैं एफ इज़ इक्वल्स टू एम जी साइन थीटा। हुण तुसीं देख पा रहे हो बच्चे इत्थे नैगेटिव साइन भी है। नैगेटिव साइन की शो कर रहा है कि दिस इज़ अ रीस्टोरिंग फोर्स। असीं ए पॉइंट तो लिजा के बी तक जिहड़ी बॉब नूं छड्ड दित्ता। सो फोर्स किधर लगी, इधर वाली साइड ते। ਜਦੋਂ ਦੁਬਾਰਾ ਜਿਹੜੀ ਆ ਬੌਬ ਨੇ ਫੋਰਸ ਲਗਾ ਕੇ ਰੀਸਟੋਰਿੰਗ ਫੋਰਸ ਲਗਾ ਕੇ ਵਾਪਸ ਆਇਆ ਤਾਂ ਉਹ ਇਸ ਤਰਫ ਸੀ। ਸੋ ਇੱਥੇ ਕੀ ਆ ਨੈਗੇਟਿਵ ਫੋਰਸ। ਸੋ ਐਫ ਕਿੰਨੀ ਆ ਗਈ ਮਾਈਨਸ ਐਮ ਜੀ ਸਾਈਨ ਥੀਟਾ। ਜਦੋਂ ਵੀ ਬੱਚੇ ਅਸੀਂ ਐਂਗਲ ਲੈਂਦੇ ਆ, ਥੀਟਾ ਐਂਗਲ ਲੈਂਦੇ ਆ ਦੈਟ ਇਜ਼ ਵੈਰੀ ਵੈਰੀ ਸਮੋਲ ਐਂਗਲ। ਇਹਦਾ ਮਤਲਬ ਦਿਸ ਥੀਟਾ ਐਂਗਲ ਇਜ਼ ਅ ਵੈਰੀ ਵੈਰੀ ਸਮੋਲ ਐਂਗਲ। ਸੋ ਸਾਈਨ ਥੀਟਾ ਨੂੰ ਅਸੀਂ ਰਿਪਲੇਸ ਕਰ ਦਿੱਤਾ ਥੀਟਾ ਦੇ ਅੰਦਰ। ਇਹਦਾ ਮਤਲਬ ਸਾਈਨ ਦੀ ਜਗ੍ਹਾ 'ਤੇ ਅਸੀਂ ਕੀ ਲਿਖਣ ਲੱਗੇ ਹਾਂ, ਕੱਲਾ ਥੀਟਾ। ਸੋ ਐਫ ਦੀ ਵੈਲਿਊ ਕਿੰਨੀ ਆ ਗਈ ਮਾਈਨਸ ਐਮ ਜੀ ਥੀਟਾ। ਸੋ ਦਿਸ ਇਜ਼ ਆਰ ਇਕੁਏਸ਼ਨ ਨੰਬਰ 1। ਹੁਣ ਅਸੀਂ ਕੰਸੀਡਰ ਕਰਨ ਲੱਗੇ ਹਾਂ ਕਿ A ਤੋਂ ਲੈ ਕੇ B ਤੱਕ ਦਾ ਜੋ ਡਿਸਟੈਂਸ ਆ ਦੈਟ ਇਜ਼ x। O ਤੋਂ ਲੈ ਕੇ A ਤੱਕ ਦੀ ਜੋ ਡਿਸਟੈਂਸ ਆ ਦੈਟ ਇਜ਼ ਲੈਂਥ L। ਇਹਦਾ ਮਤਲਬ O ਤੋਂ ਲੈ ਕੇ B ਤੱਕ ਵੀ ਸੇਮ ਹੀ ਲੈਂਥ ਹੋਏਗੀ L, ਨੀਅਰਲੀ ਇਕੁਅਲਸ ਟੂ L। ਹੁਣ ਅਸੀਂ ਇਹ ਬੱਚੇ ਇੱਥੇ ਲਗਾਵਾਂਗੇ ਸਾਈਨ ਥੀਟਾ। ਸੋ ਸਾਈਨ ਥੀਟਾ ਕਿਹਦੇ ਇਕੁਅਲ ਹੁੰਦਾ, ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼। ਹੁਣ ਧਿਆਨ ਨਾਲ ਦੇਖੋ ਬੱਚੇ ਇੱਥੇ 90 डिग्री ਦਾ ਐਂਗਲ ਬਣ ਰਿਹਾ, ਆ ਥੀਟਾ ਬਣ ਰਿਹਾ। ਸੋ ਦਿਸ ਇਜ਼ ਬੇਸ, दिस इज़ परपेंडिकुलर और परपेंडिकुलर के बिल्कुल सामने की है हाईपोटेन्यूज। सो परपेंडिकुलर की है राजे तुहाडे कोल इत्थे एक्स और हाईपोटेन्यूज की है तुहाडे कोल एल। सो साइन थीटा किहदे इक्वल आ गया एक्स ओवर एल। अगेन साइन थीटा इज़ अ वेरी वेरी स्मॉल एंगल, सो इट इज़ रिप्लेसड बाय थीटा। सो साडे को कितना आ गया, थीटा इज़ इक्वल्स टू एक्स ओवर एल। क्लीयर हो गया। सो बच्चे अगर तुसी पूरा स्टैप लिखना चाहते हैं साइन थीटा वाला तो पूरा लिख सकते हैं। अगर तुसी शॉर्ट फॉर्म दे विच लिखना चाहते हैं कि थीटा की वैल्यू एक्स ओवर एल आ गई तो डायरैक्ट भी लिख सकते हैं। बट फिर बहुत सारे बच्चे ये क्वेश्चन पूछते मैम सानू किद्दां पता लग्या कि थीटा की वैल्यू एक्स ओवर एल ही आएगी क्योंकि असीं साइन थीटा अप्लाई किया। नाउ पुट दिस इन इक्वेशन नंबर 1। सो फर्स्ट इक्वेशन दे विच पुट करन लगे हाँ तो साडे को की आ जाएगा एफ इज़ इक्वल्स टू माइनस एम जी। एफ इक्वल्स टू माइनस एम जी एस सच लिख दिता और थीटा की जगह पर की लिखन लगे एक्स ओवर एल। सो असीं पुट कर दिता एक्स ओवर एल। अकॉर्डिंग टू न्यूटन सैकेंड लॉ फोर्स के इक्वल होंदा मास इनटू एक्सेलरेशन। सो बच्चे तुसीं इहनूं की करना है, दिस इज़ आर इक्वेशन नंबर 2 एंड दिस इज़ आर इक्वेशन नंबर 3। नाउ कंपेयर इक्वेशन नंबर 2 एंड 3। हुण देखो बच्चे इफ लेफ्ट हैंड साइड आर इक्वल दैन राइट हैंड साइड इज़ ऑल्सो इक्वल। अगर आ एफ आ तो आ भी एफ आ। सो माइनस एम जी एक्स ओवर एल के इक्वल आ जाएगा एम ए दी। क्लीयर हो गया राजे। आ इक्वेशन कितों आई, एम दे नाल एम की हो जाएगा कैंसिल। सो ए के इक्वल आ जाएगा माइनस जी एक्स डिवाइडेड बाय एल। सो राजे आ दो इक्वेशन सब नूं क्लीयर हो गया। फर्स्ट इक्वेशन आ रही दैन थीटा की वैल्यू असी आ पुट करके जो साडी न्यू इक्वेशन बनी दैट इज़ आर इक्वेशन नंबर 2। दैन अकॉर्डिंग टू न्यूटन सैकेंड लॉ साडा की सी फोर्स इज इक्वल्स टू मास इनटू एक्सेलरेशन। इक्वेशन नंबर 2 एंड 3 नूं कंपेयर किया और उत्थों असी एक्सेलरेशन निकाल ली। सो बच्चे हुण जो भी साडी फाइनल रिजल्ट आया उन्होंने केयरफुली देखो। उहदे विच जी की आ, जी इज़ अ एक्सेलरेशन ड्यू टू ग्रेविटी विच इज़ अ कॉन्सटेंट टर्म। किहड़ी टर्म आ साडी, कॉन्सटेंट। एक्स हुण की आ बच्चे, एक्स जिहड़ा वेरी कर रहा, एक्स की आ वेरी कर रहा। हो सकता है एक्स इन्ना होवे, हो सकता है एक्स बच्चे तुसी बॉब इत्थे लैके गए होवो। सो एक्स जिहड़ा आ वेरी कर रहा। लेंथ एल की आ वाली टर्म, ठीक है। एल जिन्नी एक बारी तुसी लेंथ लै ली, लेंथ भी जिहड़ी आ ओह कॉन्सटेंट रहेगी। इहदा मतलब जी भी कॉन्सटेंट एल भी कॉन्सटेंट। सो दोनों नूं डायरैक्टली प्रोपोर्शन च कन्वर्ट कर दिता। सो ए इज़ डायरैक्टली प्रोपोर्शनल टू माइनस एक्स। एक्स की आ तुहाडी डिसप्लेसमेंट। क्लीयर हो गया जी। सो लास्ट के बच्चे लाइन लिखनी बिल्कुल नहीं भूलनी। दिस शोज दैट द एक्सेलरेशन ऑफ द बॉब इज़ डायरैक्टली प्रोपोर्शनल टू द डिसप्लेसमेंट ऑफ द बॉब बट इन द ऑपोजिट डायरैक्शन। ऑपोजिट डायरैक्शन जो नैगेटिव साइन आ वो ऑपोजिट डायरैक्शन शो कर रहा। अदरवाइज बच्चे इत्थे तक अगर तुहाडा 3 मार्क्स का क्वेश्चन आता तो इत्थे तक जोड़ा आ सफिशेंट है। सो डायग्राम बहुत केयरफुली बनानी आ, एक बार ही डायग्राम ड्रॉ करनी आ और तुसी उन्होंने पेंसिल और स्केल दे नाल ड्रॉ करना। बिल्कुल नीट एंड क्लीन होनी चाहिए। साइन कॉज बिल्कुल क्लीयर होनी चाहिए। जिन्ना एंगल थीटा बच्चे ऊपर बनेगा सेम एंगल थीटा जिहड़ा आ इत्थे बनेगा। क्लीयर हो गया जी। सो नैक्सट आ जाओ हुण टाइम पीरियड ऑफ अ सिंपल पेंडुलम।
बट सम टाइम यही क्वेश्चन 5 मार्क्स का पूछ लिया जाता है या 3 मार्क्स के अंदर ही जो टाइम पीरियड पूछ लिया जाता। सो टाइम पीरियड के इक्वल है टी इज इक्वल टू 2 पाई अंडर रूट डिसप्लेसमेंट ओवर एक्सलेरेशन। हुण डिसप्लेसमेंट कितनी हुई आ, सो ए पॉइंट तो लैके बी पॉइंट तक उन्हें मूव किया, सो कितनी डिसप्लेसमेंट सी एक्स। सो असी डिसप्लेसमेंट की जगह पर लिख दिता एक्स। एक्सलेरेशन की है, एक्सलेरेशन ड्यू टू ग्रेविटी जिहड़ी कितनी लग रही सी जी, सो दी जगह पर की लिख दिता जी। सो असी बच्चे की फाइंड आउट किया लास्ट दे विच जिहड़ी आ डिसप्लेसमेंट आ दैट इज़ इक्वल टू एल। सो असी इत्थे लिख दिता वेयर एक्स इज इक्वल्स टू एल। अगर असी उन्होंने लेंथ के इक्वल मान के चलीए या लेट अस कंसीडर, सो एक्स की जगह पर असी पुट कर दिता एल। सो फाइनली साडा बच्चे टाइम पीरियड कितना आ जाएगा 2 पाई अंडर रूट एल ओवर जी। सो लास्ट के रिजल्ट भी जरूर लिख देना। टाइम पीरियड ऑफ अ सिंपल पेंडुलम डिपेंड करता है लेंथ और एक्सलेरेशन ड्यू टू ग्रेविटी के उपर। सो बच्चे एक छोटी जी डेफिनेशन आ सैकेंड पेंडुलम की आ, एक कदे लॉन्ग आर्टिकल के नाल नहीं पूछा जाता, 1 मार्क्स का अलग तो क्वेश्चन पूछ लिया जाता है कि सैकेंड पेंडुलम की डेफिनेशन दसो। अ सिंपल पेंडुलम हुज टाइम पीरियड इज़ 2 सेकेंड। अगर कोई भी सिंपल पेंडुलम आ जिहदा टाइम पीरियड जिहड़ा आ 2 सेकेंड होवे, अदरवाइज़ 1 सेकेंड ही हुंदा। तुसी पेंडुलम नूं ध्यान नाल देखना, अगर किसी के घर विच इस तरीके का पेंडुलम आ या ऑनलाइन निकाल के देखना, वो 1 सेकेंड विच 1 सर्कल कंप्लीट करता। बट कुछ पेंडुलम इदां दे हुंदे आ जिहड़ा कि एक पूरा कंप्लीट साइकिल जिहड़ा आ 2 सेकेंड्स दे विच कंप्लीट करता। सो उहनूं असीं सैकेंड पेंडुलम बोल दिंदे आ। क्लीयर हो गया जी। सो ये टॉपिक जिहड़ा आ मोस्ट इंपॉर्टेंट टॉपिक आ, बहुत केयरफुली इनू प्रिपेयर कर लेना। सो ये नाल दे बच्चे हल्के फुल्के न्यूमैरिकल्स भी जड़े पुछ ले जाते हैं। सो असी आफ्टर आर्टिकल कोशिश करांगे कि न्यूमैरिकल्स भी डिस्कस कर लिए। सो जाते जाते वीडियो को लाइक कर जो, मैक्सिमम शेयर कर जो और सबसक्राइब करना ना भुलना। थैंक यू सो मच।